ਹੈਲੋ एवरीवन ਵੈਲਕਮ ਟੂ ਆਵਰ ਚੈਨਲ ਪੀਐਸਐਡ ਪ੍ਰੈਪਰੇਸ਼ਨ। ਤਾਂ ਅੱਜ ਕੰਟੀਨਿਊ ਕਰਾਂਗੇ ਆਪਣੇ ਪੰਜਾਬੀ ਦੇ ਸੈਸ਼ਨ ਨੂੰ। ਇਹਦੇ ਵਿੱਚ ਆਪਾਂ ਡਿਸਕਸ ਕਰ ਰਹੇ ਸੀ ਆਪਣਾ ਪਹਿਲਾ ਟੌਪਿਕ ਜਿਹਦਾ ਨਾਮ ਸੀ ਭਾਸ਼ਾ। ਤਾਂ ਉਸ ਨੂੰ ਹੀ ਅੱਗੇ ਕੰਟੀਨਿਊ ਕਰਾਂਗੇ। ਭਾਸ਼ਾ ਦੇ ਕੁਝ ਪੁਆਇੰਟਸ ਜੋ ਆਪਾਂ ਕਵਰ ਕਰ ਚੁੱਕੇ ਸੀ, ਅੱਜ ਉਹ ਤੋਂ ਅੱਗੇ ਵਧਾਵਾਂਗੇ। ਅੱਜ ਦੇਖਾਂਗੇ ਕਿ ਸਿੱਖਣ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ, ਸਿੱਖਣ ਨਾਲ ਕੀ ਮਤਲਬ ਆਪਾਂ ਵਿਸ਼ੇਸ਼ਤਾਵਾਂ ਕਹਿ ਸਕਦੇ ਹਾਂ, ਸਿੱਖਣ ਦੇ ਸੂਤਰ ਕਿਹੜੇ ਹੁੰਦੇ ਨੇ ਭਾਸ਼ਾ ਸਿੱਖਣ ਦੇ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਭਾਸ਼ਾ ਨੂੰ ਪ੍ਰਭਾਵਿਤ ਕਿਹੜੇ ਤੱਤ ਕਰਦੇ ਨੇ, ਤੇ ਹੋਰ ਵੀ ਟਾਈਮ ਦੇ ਅਕੋਰਡਿੰਗ ਜੋ ਵੀ ਡਿਸਕਸ ਹੋਇਆ ਉਸ ਨੂੰ ਅੱਜ ਕਵਰ ਕਰਾਂਗੇ। ਔਰ ਜੇਕਰ ਤੁਸੀਂ ਇਸ ਤੋਂ ਪਹਿਲਾਂ ਵਾਲੇ ਲੈਕਚਰ ਨਹੀਂ ਦੇਖੇ, ਸਿਲੇਬਸ ਨਹੀਂ ਦੇਖਿਆ ਹਾਲ ਤੱਕ ਪੰਜਾਬੀ ਦਾ, ਤਾਂ ਉਹਨੂੰ ਦੇਖ ਸਕਦੇ ਹੋ। ਤੇ ਜੋ ਲਿੰਕ ਆ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ। ਤੇ ਤੁਹਾਡੇ ਜੋ WhatsApp ਗਰੁੱਪਸ ਨੇ ਉਹ ਵੀ ਬਣ ਚੁੱਕੇ ਨੇ। ਤੇ ਜੇਕਰ ਗੱਲ ਕੀਤੀ ਜਾਵੇ ਗਰੁੱਪਸ ਦੀ, ਤਾਂ ਉਹਦੇ ਵਿੱਚ ਤੁਹਾਨੂੰ ਜੋ ਨੋਟਸ ਨੇ ਉਹ ਮਿਲਣੇ ਸ਼ੁਰੂ ਹੋ ਚੁੱਕੇ ਨੇ। ਲਾਈਕ ਜਿਵੇਂ ਕੁਐਸਚਨਸ ਆਪਾਂ ਡਿਸਕਸ ਕਰਦੇ ਹਾਂ ਬਾਕੀ ਸਬਜੈਕਟਸ ਦੇ, ਉਹਨਾਂ ਦੀ ਪੀਡੀਐਫਸ ਜਾਂ ਹੈਂਡ ਰਿਟਨ ਨੋਟਸ ਐਕਸਟਰਾ, ਇਹ ਸਭ ਕੁਝ ਤੁਹਾਨੂੰ ਸੈਂਡ ਕਰਨਾ ਸ਼ੁਰੂ ਕਰ ਦਿੱਤਾ ਗਿਆ। ਤੇ ਜੇਕਰ ਤੁਸੀਂ ਵੀ ਚਾਹੋ ਤਾਂ ਜੁਆਇਨ ਕਰ ਸਕਦੇ ਹੋ। ਲਿੰਕ WhatsApp ਗਰੁੱਪਸ ਦਾ ਪੇਪਰ 1 ਤੇ ਪੇਪਰ 2 ਦੇ ਅਕੋਰਡਿੰਗ ਉਹ ਵੀ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਤੇ ਜੋ ਬਾਕੀ ਕਲਾਸਿਸ ਨੇ ਉਹ ਵੀ ਤੁਹਾਡੀਆਂ ਲੱਗਣੀਆਂ ਸਟਾਰਟ ਹੋ ਚੁੱਕੀਆਂ ਨੇ। ਫॉर एग्जांपल ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ ਔਰ ਇੰਗਲਿਸ਼ ਪੰਜਾਬੀ, ਇਹ ਸਭ ਕੁਝ ਦਾ ਸਿਲੇਬਸ ਜੋ ਪੰਜਾਬ ਟੈਟ ਲਈ ਰਹਿਣ ਵਾਲਾ ਹੈ ਜਾਂ ਸੀ ਟੈਟ ਲਈ ਵੀ ਮੋਸਟਲੀ ਕਾਮਨ ਹੈ, ਉਹ ਸਟਾਰਟ ਹੋ ਚੁੱਕਿਆ। ਤਾਂ ਚਲੋ ਅੱਜ ਦੇ ਲੈਕਚਰ ਨੂੰ ਕੰਟੀਨਿਊ ਕਰਦੇ ਹਾਂ। ਅੱਜ ਆਪਾਂ ਡਿਸਕਸ ਕਰ ਰਹੇ ਹਾਂ ਭਾਸ਼ਾ ਬਾਰੇ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਸਿੱਖਣ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ। ਤਾਂ ਭਾਸ਼ਾ ਟੌਪਿਕ ਨੂੰ ਕੰਟੀਨਿਊ ਕਰ ਰਹੇ ਹਾਂ ਆਪਾਂ। ਪਹਿਲਾ ਪੁਆਇੰਟ ਆਪਣਾ ਰਹਿਣ ਵਾਲਾ ਸਿੱਖਣ ਦੀਆਂ ਵਿਸ਼ੇਸ਼ਤਾਵਾਂ। ਸਿੱਖਣ ਦੀਆਂ ਵਿਸ਼ੇਸ਼ਤਾਵਾਂ। ਤੇ ਸਿੱਖਣ ਦੀਆਂ ਵਿਸ਼ੇਸ਼ਤਾਵਾਂ ਜਦੋਂ ਗੱਲ ਕਰਾਂਗੇ ਕਿ ਸਿੱਖਣ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਹੁੰਦੀਆਂ ਨੇ, ਹੁਣ ਇਹ ਬਹੁਤ ਕਾਮਨ ਜਿਹੀਆਂ ਗੱਲਾਂ ਨੇ, ਕਲੀਅਰ, ਬਟ ਇਹਨੂੰ ਆਪਾਂ ਪੂਰੀ ਡਿਟੇਲ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਤਾਂ ਜਿਹੜਾ ਸਿੱਖਣ ਹੈ, ਜਦੋਂ ਆਪਾਂ ਕੋਈ ਚੀਜ਼ ਸਿੱਖਦੇ ਹਾਂ ਜਾਂ ਆਪਾਂ ਨੂੰ ਕਿਸੇ ਚੀਜ਼ ਦੀ ਨੌਲੇਜ ਆਉਂਦੀ ਹੈ, ਤਾਂ ਉਹਦੇ ਨਾਲ ਆਪਣੇ ਵਿੱਚ ਕੁਝ ਚੇਂਜਸ ਆਉਂਦੇ ਨੇ। ਤਾਂ ਆਪਾਂ ਕਹਿ ਸਕਦੇ ਹਾਂ ਕਿ ਸਿੱਖਣ ਨਾਲ ਚੇਂਜ ਆਉਂਦਾ ਹੈ, ਆਪਣੇ ਵਿਵਹਾਰ ਦੇ ਵਿੱਚ ਚੇਂਜ ਆਉਂਦਾ ਹੈ। ਕਲੀਅਰ, ਸਿੱਖਣ ਨਾਲ ਵਿਵਹਾਰ ਵਿੱਚ ਤਬਦੀਲੀ ਆਉਂਦੀ ਹੈ। ਵਿਵਹਾਰ ਵਿੱਚ ਤਬਦੀਲੀ ਆਉਂਦੀ ਹੈ, ਮਤਲਬ ਜੋ ਸਿੱਖ ਰਹੇ ਆ ਆਪਾਂ ਤਾਂ ਆਪਣੇ ਜਿਹੜਾ ਬਿਹੇਵੀਅਰ ਆ ਉਹਦੇ ਵਿੱਚ ਕੀ ਆਉਣ ਲੱਗਦੇ ਨੇ, ਚੇਂਜਸ ਆਉਣ ਲੱਗਦੇ ਨੇ, ਥੋੜੇ ਮੈਚੁਰ ਆਪਾਂ ਹੋਣ ਲੱਗਦੇ ਹਾਂ। ਸੈਕਿੰਡ, ਸਿੱਖਣਾ ਵਿਆਖਿਆਯੋਗ ਹੈ। ਵਿਆਖਿਆਯੋਗ ਕਿਹਾ ਜਾ ਸਕਦਾ ਹੈ, ਸਿੱਖਣਾ ਵਿਆਖਿਆਯੋਗ ਹੈ। ਥਰਡ, ਅਗਰ ਆਪਾਂ ਗੱਲ ਕਰੀਏ ਕਿ ਸਿੱਖਣ ਦਾ ਜਿਹੜਾ ਖੇਤਰ ਹੁੰਦਾ ਉਹ ਬਹੁਤ ਵਿਆਪਕ ਹੁੰਦਾ ਹੈ। ਐਵੇਂ ਨਹੀਂ ਕਿ ਇਹਦੇ ਕੋਈ ਲਿਮਿਟ ਜਾਂ ਏਰੀਆ ਹੁੰਦਾ, ਲਿਮਿਟਡ ਨਹੀਂ ਹੁੰਦਾ। ਆਪਾਂ ਇਹਨੂੰ ਅਗਰ ਇੰਗਲਿਸ਼ ਦੇ ਵਿੱਚ ਡਿਫਾਈਨ ਕਰੀਏ ਤਾਂ ਵਾਈਡ ਏਰੀਆ ਹੁੰਦਾ, ਵੱਡਾ ਏਰੀਆ ਹੁੰਦਾ। ਵਾਈਡ ਏਰੀਆ ਮਤਲਬ ਵਿਆਪਕ ਹੁੰਦਾ, ਇਹਦੀ ਕੋਈ ਲਿਮਿਟ ਨਹੀਂ ਹੁੰਦੀ ਸਿੱਖਣ ਦੀ। ਕਲੀਅਰ, ਤਾਂ ਸਿੱਖਣ ਦਾ ਜਿਹੜਾ ਖੇਤਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਹ ਕੀ ਹੁੰਦਾ ਹੈ, ਵਿਆਪਕ ਹੁੰਦਾ ਹੈ। ਇਸ ਦਾ ਖੇਤਰ ਵਿਆਪਕ ਹੁੰਦਾ ਹੈ। ਹੁਣ ਇਹ ਵੀ ਸਭ ਨੂੰ ਪਤਾ ਹੈ ਕਿ ਆਪਾਂ ਲਾਈਫ ਟਾਈਮ ਤੱਕ ਸਿੱਖਦੇ ਰਹਿੰਦੇ ਆ। ਐਵੇਂ ਨਹੀਂ ਕਿ ਅੱਜ ਸਿੱਖਿਆ ਤੇ ਉਸ ਤੋਂ ਬਾਅਦ, ਇਸ ਉਮਰ ਤੋਂ ਬਾਅਦ ਆਪਾਂ ਸਿੱਖ ਨਹੀਂ ਸਕਦੇ। ਬਟ ਜਿਵੇਂ ਆਪਾਂ ਡਿਵੈਲਪਮੈਂਟ ਦੇ ਵਿੱਚ ਡਿਸਕਸ ਕੀਤਾ ਸੀ ਕਿ ਜੋ ਸਿੱਖਣ ਹੈ, ਲਰਨਿੰਗ, ਉਹਦੀ ਕੋਈ ਵੀ ਏਜ ਨਹੀਂ ਹੁੰਦੀ। ਆਪਾਂ ਜਨਮ ਤੋਂ ਲੈ ਕੇ ਮਰਨ ਤੱਕ ਕੁਛ ਨਾ ਕੁਛ ਹਰ ਰੋਜ਼ ਸੋਸਾਇਟੀ ਤੋਂ ਜਾਂ ਕਿੱਦਾਂ ਵੀ ਆਪਾਂ ਸਿੱਖਦੇ ਰਹਿੰਦੇ ਆ। ਤਾਂ ਇਹ ਕੀ ਹੁੰਦੀ ਹੈ ਕਿ ਨਿਰੰਤਰ ਉਮਰ ਭਰ ਚੱਲਦੀ ਰਹਿੰਦੀ ਹੈ। ਨਿਰੰਤਰ ਆਪਾਂ ਕਹਿ ਸਕਦੇ ਹਾਂ, ਤੇ ਉਮਰ ਭਰ ਚੱਲਣ ਵਾਲੀ ਪ੍ਰਕਿਰਿਆ। ਉਮਰ ਭਰ ਚੱਲਣ ਵਾਲੀ ਪ੍ਰਕਿਰਿਆ। ਕਲੀਅਰ, ਤਾਂ ਇਹ ਜੋ ਭਾਸ਼ਾ ਸਿੱਖਣਾ ਹੁੰਦਾ, ਮੇਰੇ ਕਹਿਣ ਦਾ ਮਤਲਬ ਆਪਾਂ ਇੱਥੇ ਸਿਰਫ ਸਿੱਖਣ ਦੀ ਗੱਲ ਕਰ ਰਹੇ ਹਾਂ, ਭਾਸ਼ਾ ਸਿੱਖਣ ਦੀ ਨਹੀਂ ਕਰ ਰਹੇ। ਸਿੱਖਣ ਦੀ ਗੱਲ ਕਰ ਰਹੇ ਹਾਂ ਤਾਂ ਜਿਹੜੇ ਸਿੱਖਣਾ ਹੁੰਦਾ ਉਹਦਾ ਜੋ ਖੇਤਰ ਉਹ ਵੀ ਬਹੁਤ ਵਿਆਪਕ ਹੁੰਦਾ ਹੈ। ਤੇ ਇਹ ਲਗਾਤਾਰ ਆਪਾਂ ਲਾਈਫ ਦੇ ਵਿੱਚ ਮਰਨ ਤੱਕ ਕੁਛ ਨਾ ਕੁਛ ਸਿੱਖਦੇ ਰਹਿੰਦੇ ਹਾਂ। ਮੇਰੇ ਕਹਿਣ ਦਾ ਮਤਲਬ ਕਿ ਇਹ ਲਗਾਤਾਰ ਜੋ ਉਮਰ ਭਰ ਚੱਲਣ ਵਾਲਾ ਪ੍ਰੋਸੈਸ ਹੁੰਦਾ, ਕਿਰਿਆ ਹੁੰਦੀ ਹੈ। ਠੀਕ ਹੈ, ਇਸ ਦਾ ਨਿਰੀਖਣ ਕੀਤਾ ਜਾ ਸਕਦਾ ਹੈ, ਇਹਨੂੰ ਮਾਪਿਆ ਵੀ ਜਾ ਸਕਦਾ ਹੈ। ਮਾਪਣ ਦਾ ਮਤਲਬ ਜੋ ਸਿੱਖਣਾ ਹੁੰਦਾ ਉਹਦੇ ਵਿੱਚ ਸਭ ਕੁਝ ਇਨਕਲੂਡਡ ਹੁੰਦਾ। ਜਿਵੇਂ ਆਪਾਂ ਕਹਿ ਸਕੀਏ ਜੋ ਡਿਵੈਲਪਮੈਂਟ ਹੁੰਦਾ ਉਹ ਕੁਆਂਟੀਟੇਟਿਵ ਤੇ ਕੁਆਲਿਟੇਟਿਵ ਦੋਨੋਂ ਹੁੰਦੇ ਨੇ, ਜਿਹੜੇ ਕਿ ਆਪਾਂ ਸੀਡੀਪੀ ਦੇ ਵਿੱਚ ਡਿਸਕਸ ਕੀਤਾ ਸੀ। ਬਿਲਕੁਲ ਉਸੇ ਤਰੀਕੇ ਨਾਲ ਜੋ ਸਿੱਖਣਾ ਹੁੰਦਾ ਉਹਨੂੰ ਮਾਪਿਆ ਵੀ ਜਾ ਸਕਦਾ ਹੈ ਤੇ ਉਹਦਾ ਨਿਰੀਖਣ ਵੀ ਕੀਤਾ ਜਾ ਸਕਦਾ ਹੈ। ਨਿਰੀਖਣ ਯੋਗ ਤੇ ਮਾਪਣਯੋਗ। ਕਲੀਅਰ, ਨੈਕਸਟ ਅਗਰ ਆਪਾਂ ਗੱਲ ਕਰੀਏ ਕਿ ਹੋਰ ਆਪਾਂ ਕਹਿ ਸਕਦੇ ਹਾਂ ਸਿੱਖਣ ਦੇ ਜੋ ਵਿਸ਼ੇਸ਼ਤਾਵਾਂ ਨੇ ਉਹ ਕਿਹੜੀਆਂ ਹੁੰਦੀਆਂ ਨੇ। ਨੈਕਸਟ ਅਗਰ
डिस्कस करिए तो सिखन हुंदा है एक सोची समझी प्रक्रिया हुंदी है, मतलब सिक्ख्या एक सोच समझ के आपां कोई भी एक्टिविटी करते हैं तो सीखना भी की हुंदी एक सोची समझी प्रक्रिया हुंदी है। क्लियर, यह एक सोची समझी प्रक्रिया है, सोची समझी प्रक्रिया है। नैक्सट अगर आप गल करिए मनुखी जो प्रवृत्ति है ਉਹਦੇ ਵਿੱਚ सिखना शामिल है, मतलब मनुख ਦੇ नेचर ਦੇ ਵਿੱਚ ਹੀ ਇਹ ਚੀਜ਼ ਐਡ ਹੁੰਦੀ ਹੈ ਕਿ ਉਹ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ, ਆਪਣੀ ਨੌਲੇਜ ਦੇ ਵਿੱਚ ਐਡ ਕਰਦਾ ਰਹਿੰਦਾ ਹੈ। ਤਾਂ ਜੋ ਕਹਿ ਸਕਦੇ ਆਪਾਂ ਕਿ ਮਨੁੱਖੀ ਪ੍ਰਵਿਰਤੀ ਵਿੱਚ ਹੀ ਸਿੱਖਣਾ ਸ਼ਾਮਿਲ ਹੁੰਦਾ ਹੈ। ਮਨੁੱਖੀ ਪ੍ਰਵਿਰਤੀ ਵਿੱਚ ਹੀ ਸਿੱਖਣਾ शामिल ਹੁੰਦਾ है। क्लियर, नेक्स्ट अगर आप गल करिए कि जो सीखना है ज्ञानात्मक भी हुंदा है, सीखण नाल आपां नूं ज्ञान भी मिलदा है, भावनात्मक भी हुंदा है, क्रियात्मक भी हुंदा है। ਇਹਦੇ ਨਾਲ ਸਾਡੇ हर टाइप ਦੇ जो पक्ष ਹੁੰਦੇ ਨੇ ਉਹਨਾਂ ਦਾ ਵਿਕਾਸ ਹੁੰਦਾ ਹੈ। ਜਿਵੇਂ फॉर एग्जाम्पल अपना बौद्धिक विकास हुंदा है, अपना भावनात्मक विकास हुंदा है। जेकर आप क्रियात्मक गतिविधियां करांगे सीखण लई तो अपना क्रियात्मक विकास भी होएगा। तो हर तरीके का जो विकास है वो अपने विच हुंदा है किहदे नाल, सीखण नाल। क्लियर, तो कंटिन्यू करते हैं इहदे नाल ही जो सीखना हुंदा उहदे नाल मानसिक ज्ञानात्मक भावात्मक भावनात्मक क्रियात्मक विकास हुंदा है। क्लियर, तो हर टाइप का जो विकास है वो सीखण नाल हुंदा है। ਆਪਾਂ ਇਹਨੂੰ ਕਹਿ ਸਕਦੇ ਕਿ ਜੋ ਸਿੱਖਣਾ ਹੁੰਦਾ ਹੈ ਮਾਨਸਿਕ ਯੋਗਤਾਵਾਂ ਦੀ ਇੱਕ ਪ੍ਰਕਿਰਿਆ ਹੁੰਦੀ ਹੈ, ਮਾਨਸਿਕ ਯੋਗਤਾਵਾਂ ਨੂੰ ਇਹ ਡਿਵੈਲਪ ਕਰਦੀ ਹੈ। ਕਲੀਅਰ, ਤਾਂ ਇਹਨੂੰ ਆਪਾਂ ਕੀ ਕਹਿ ਸਕਦੇ ਕਿ ਮਾਨਸਿਕ ਯੋਗਤਾਵਾਂ ਦੀ ਪ੍ਰਕਿਰਿਆ ਹੈ। नेक्स्ट अगर आप गल करिए कि जो सीखण है आप कोई भी काम सीखते हैं, सीखण वाला अपना जो एक्सपीरियंस जिन्होंने आप बोलते हैं इंग्लिश के पंजाबी के गल करिए तो अनुभव, तो जो सीखण वाले साडा अनुभव है वो भी वाधा हुंदा है, सानू अनुभव मिलता है। क्लीयर, तो इन्हों आप कह सकते हैं कि अनुभव के विच भी ये वाधा करता है, सीखण नाल अनुभव के विच भी वाधा हुंदा है। या फिर आप कह सकते हैं कि अनुभव का एक तरीके नाल समूह है सीखना, जिन्ना सीखांगे उन्ना ही आपां नूं एक्सपीरियंस अनुभव आपां नूं मिलता रहेगा। नैक्सट अगर आप गल करिए तो यह एक बुद्धिपूर्ण प्रक्रिया हुंदी है, मतलब माइंड नाल रिलेटेड हुंदी है। बुद्धिपूर्ण प्रक्रिया, क्लियर, तो फॉर एग्जाम्पल आप कुछ सीख रहे हैं, क्लियर, तो उहदे लई अपना कोई ना कोई उद्देश हुंदा है। फॉर एग्जाम्पल इस टाइम तुसीं पढ़ रहे हो, तुसीं सीख रहे हो, पंजाबी सीख रहे हो, मैथ सीख रहे हो, इंग्लिश सीख रहे हो, तो थोड़ा पर्पस की है टैट नूं क्लीयर करना, पीएस टैट नूं क्वालीफाई करना। तो हर एक चीज़ नूं जदों आपां सीखदे हां तो उहदे लई अपना कोई ना कोई उद्देश हुंदा है। तो सीखण लई आपां कह सकदे हां भी किसी ना किसी उद्देश दा होना जरूरी है। तो ये चीज़ कहा जा सकता है कि सीखण दा कोई ना कोई उद्देश जरूर हुंदा है। कोई ना कोई उद्देश्य जरूर होता है। क्लियर, मतलब किसी ना किसी उद्देश्य नूं लैके, किसी ना किसी परपज नूं लैके जो सीखिया जाता है। नैक्सट अगर आप गल करिए सीखना व्यक्तिगत भी हुंदा ते समूहिक भी हुंदा, मतलब एक समूह दे विच भी सीखिया जा सकता है, एक ग्रुप दे विच भी सीखिया जा सकता है। ते व्यक्तिगत मतलब इंडिविजुअल वे दे विच कल्ले रह के भी सीखिया जा सकता है। तो ये व्यक्तिगत ते समूहिक दोनों ही हुंदे ने। व्यक्तिगत समूहिक, क्लियर, तो जो सीखना हुंदा है वो समूहिक भी हुंदा, मतलब ग्रुपिज्म दे विच जां समूह दे विच आपां जिवें हुणे डिस्कस कीता, ते व्यक्तिगत मतलब इंडिविजुअल वे दे विच भी पर्सन सीखदा रहिंदा है। जो
ਜਦੋਂ ਆਪਾਂ ਸਿੱਖਦੇ ਹਾਂ ਤਾਂ ਆਪਾਂ ਨੂੰ ਮਾਹੌਲ ਦੇ ਵਿੱਚ ਤਾਲਮੇਲ ਬਿਠਾਉਣਾ ਆ ਜਾਂਦਾ। ਜਿਵੇਂ ਜਿਵੇਂ ਆਪਾਂ ਫੋਰ ਐਗਜ਼ਾਮਪਲ ਇੱਕ ਬੱਚਾ ਹੈ, ਉਹਨੂੰ ਨਹੀਂ ਪਤਾ ਕਿ ਕਿਸ ਤਰੀਕੇ ਦੇ ਮਾਹੌਲ ਦੇ ਵਿੱਚ ਕਿੱਦਾਂ ਦਾ ਬਿਹੇਵ ਕਰਨਾ ਹੈ। ਜਦੋਂ ਜਦੋਂ ਪਰਸਨ ਵੱਡਾ ਹੁੰਦਾ ਜਾਂਦਾ ਹੈ, ਥੋੜਾ ਡਿਵੈਲਪ ਹੁੰਦਾ ਜਾਂਦਾ ਹੈ, ਸਿੱਖਦਾ ਜਾਂਦਾ ਹੈ, ਤਾਂ ਉਹਨੂੰ ਇਸ ਚੀਜ਼ ਦਾ ਅਨੁਭਵ ਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਮਾਹੌਲ ਦੇ ਵਿੱਚ ਕਿੱਦਾਂ ਦਾ ਬਿਹੇਵ ਕਰਨਾ ਹੈ। ਤਾਂ ਇਸੇ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਉਹਨੂੰ ਸਮਾਜ ਦੇ ਨਾਲ ਤਾਲਮੇਲ ਬਣਾਉਣਾ ਜੋ ਉਹ ਸਿੱਖ ਲੈਂਦਾ ਹੈ। ਕਲੀਅਰ? ਤਾਂ ਸਮਾਜਿਕ ਤਾਲਮੇਲ ਆਪਾਂ ਕਹਿ ਸਕਦੇ ਹਾਂ ਕਿ ਉਹ ਬਣਾਉਣਾ ਸਿੱਖ ਲੈਂਦਾ ਹੈ। ਤਾਂ ਸਮਾਜਿਕ ਜੋ ਤਾਲਮੇਲ ਆ ਉਹ ਬਣਾਉਂਦਾ ਰਹਿੰਦਾ, ਬਣਨਾ ਉਹਦਾ ਸ਼ੁਰੂ ਹੋ ਜਾਂਦਾ ਹੈ। ਮਤਲਬ ਉਹ ਸਮਾਜਿਕ ਦੇ ਵਿੱਚ ਕਿੱਦਾਂ ਰਹਿਣਾ ਹੈ, ਕਿਸ ਮਾਹੌਲ ਦੇ ਵਿੱਚ ਕਿੱਦਾਂ ਦਾ ਬਿਹੇਵ ਕਰਨਾ ਹੈ, ਉਹ ਸਭ ਕੁਝ ਸਿੱਖਦਾ ਹੈ। ਕਿਹਦੇ ਨਾਲ? ਸਿੱਖਣ ਨਾਲ। ਕਿਉਂਕਿ ਜਦੋਂ ਸਿੱਖਦਾ ਜਾਂਦਾ ਹੈ ਆਪਣੀ ਉਮਰ ਦੇ ਵਿੱਚ ਉਹਦੀ ਜੋ ਵਿਕਾਸ ਹੈ ਉਹ ਹੁੰਦਾ ਰਹਿੰਦਾ ਹੈ, ਤਾਂ ਉਹਦਾ ਤਾਲਮੇਲ ਵੀ ਜੋ ਸਮਾਜ ਦੇ ਨਾਲ ਹੈ ਉਹ ਬਣਨਾ ਸ਼ੁਰੂ ਹੋ ਜਾਂਦਾ ਹੈ। ਕਲੀਅਰ? ਤਾਂ ਹੋਰ ਆਪਾਂ ਕੀ ਕਹਿ ਸਕਦੇ ਕਿ ਇਹ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਇਹਦੇ ਨਾਲ ਜੋ ਵਿਵਹਾਰ ਹੈ ਉਹਦੇ ਵਿੱਚ ਤਬਦੀਲੀ ਆਉਂਦੀ ਹੈ ਤੇ ਮਨੁੱਖੀ ਜੋ ਪ੍ਰਵਿਰਤੀ ਹੈ ਉਹਦੇ ਵਿੱਚ ਵੀ ਸਿੱਖਣਾ ਸ਼ਾਮਿਲ ਹੈ। ਤੇ ਇਦਾਂ ਦੇ ਵੀ ਬਹੁਤ ਸਾਰੇ ਪੁਆਇੰਟਸ ਜੋ ਆਪਾਂ ਡਿਸਕਸ ਕੀਤੇ ਨੇ, ਤੇ ਇਹ ਸਾਰੀਆਂ ਨੇ ਵਿਸ਼ੇਸ਼ਤਾਵਾਂ ਕਿਹਦੀਆਂ ਸਿੱਖਣ ਦੀਆਂ, ਕਿ ਸਿੱਖਣ ਨਾਲ ਕੀ ਜੋ ਬੱਚੇ ਲਈ ਸਿੱਖਣਾ ਕਿਉਂ ਇੰਪੋਰਟੈਂਟ ਹੈ, ਵਿਸ਼ੇਸ਼ਤਾਵਾਂ ਕੀ ਨੇ ਉਹਦੀਆਂ, ਉਹ ਡਿਸਕਸ ਕੀਤਾ ਆਪਾਂ। ਹੁਣ ਆਪਾਂ ਭਾਸ਼ਾ ਸਿੱਖਣ ਦੀ ਗੱਲ ਕਰਦੇ ਹਾਂ ਕਿ ਭਾਸ਼ਾ ਨੂੰ ਅਗਰ ਸਿੱਖਣਾ ਤਾਂ ਉਹਦੇ ਸੂਤਰ ਕਿਹੜੇ ਕਿਹੜੇ ਹੁੰਦੇ ਨੇ, ਕਿਹੜੇ ਕਿਹੜੇ ਸੂਤਰਾਂ ਨੂੰ ਯੂਜ਼ ਕਰਕੇ ਭਾਸ਼ਾ ਨੂੰ ਸਿੱਖਿਆ ਜਾਂਦਾ। ਸੈਕਿੰਡ ਅਗਰ ਆਪਾਂ ਗੱਲ ਕਰੀਏ ਭਾਸ਼ਾ ਸਿਖਾਉਣ ਦੇ ਸੂਤਰ, ਮਤਲਬ ਅਗਰ ਕੋਈ ਟੀਚਰ ਇੱਕ ਬੱਚੇ ਨੂੰ ਭਾਸ਼ਾ ਸਿਖਾ ਰਿਹਾ ਤਾਂ ਉਹਨੂੰ ਕਿਹੜੇ ਕਿਹੜੇ ਸੂਤਰਾਂ ਦਾ ਯੂਜ਼ ਕਰਨਾ ਚਾਹੀਦਾ, ਕਿਹੜੇ ਕਿਹੜੇ ਸੂਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਪਹਿਲੀ ਅਗਰ ਆਪਾਂ ਗੱਲ ਕਰੀਏ ਫਰਸਟ ਵਨ ਦੀ, ਤਾਂ ਇਹ ਹੈਗਾ ਗਿਆਤ ਤੋਂ ਅਗਿਆਤ ਵੱਲ। ਇਹ ਥੋੜਾ ਡਿਸਕਸ ਕਰਦੇ हैं। ज्ञात तो अज्ञात वाल ਦਾ ਮਤਲਬ ਕੀ ਹੈ? ਮਤਲਬ ਕੁਝ ਐਵੇਂ ਦੀ ਨੌਲੇਜ ਜੋ ਤੁਹਾਨੂੰ ਪਹਿਲਾਂ ਤੋਂ ਹੈ, ਕੋਈ ਪੁਆਇੰਟ ਜਿਸ ਦੇ ਬਾਰੇ ਤੁਹਾਨੂੰ ਪਹਿਲਾਂ ਤੋਂ ਚੰਗੀ ਤਰ੍ਹਾਂ ਨੌਲੇਜ ਹੈ, ਜਿਹਦੇ ਨਾਲ ਬਾਰੇ ਤੁਸੀਂ ਗਿਆਤ ਹੋ, ਉਸ ਚੀਜ਼ ਨੂੰ ਬੇਸ ਬਣਾ ਕੇ ਕੁਝ ਅੱਗੇ ਡਿਵੈਲਪ ਕਰਨਾ, ਅੱਗੇ ਸਿੱਖਣਾ ਜਿਹਦੇ ਬਾਰੇ ਤੁਹਾਨੂੰ ਨੌਲੇਜ ਨਹੀਂ ਹੈ। ਫੋਰ ਐਗਜ਼ਾਮਪਲ ਤੁਹਾਨੂੰ ਅੱਖਰਾਂ ਬਾਰੇ ਊੜਾ ਆੜਾ, ਅਗਰ ਆਪਾਂ ਭਾਸ਼ਾ ਦੀ ਗੱਲ ਕਰ ਰਹੇ ਤਾਂ ਪੰਜਾਬੀ ਭਾਸ਼ਾ ਨੂੰ ਜੇਕਰ ਆਪਾਂ ਲੈ ਕੇ ਚੱਲੀਏ, ਤੇ ਜੇਕਰ ਤੁਹਾਨੂੰ ਛੋਟੇ ਬੱਚੇ ਨੂੰ ਊੜਾ ਆੜਾ ਆਂਦਾ ਹੈ, ਉਹਨੂੰ ਉਸ ਚੀਜ਼ ਬਾਰੇ ਗਿਆਤ ਹੈ ਕਿ ਊੜਾ ਉੱਠ ਹੁੰਦਾ ਹੈ, ਐੜਾ ਅੱਖ ਹੁੰਦੀ ਹੈ, ਕਲੀਅਰ, ਉਹਨੂੰ ਊੜਾ ਐੜਾ ਆਂਦਾ ਹੈ, ਬਟ ਉਹਨਾਂ ਅੱਖਰਾਂ ਨੂੰ ਜੋੜ ਕੇ ਜਦੋਂ ਉਹ ਦੋ ਸ਼ਬਦ ਜਾਂ ਤਿੰਨ ਅੱਖਰਾਂ ਦੇ ਜੋ ਸ਼ਬਦ ਨੇ ਉਹ ਬਣਾਉਣੇ ਸ਼ੁਰੂ ਕਰਦਾ, ਬਟ ਜਿਹਦੇ ਬਾਰੇ ਉਹਨੂੰ ਨੌਲੇਜ ਨਹੀਂ ਹੁੰਦੀ, ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਕਿ ਗਿਆਤ ਤੋਂ ਅਗਿਆਤ ਵੱਲ ਜਾਂਦਾ ਹੈ। ਕਲੀਅਰ? ਮਤਲਬ ਜਿਸ ਚੀਜ਼ ਬਾਰੇ ਉਹਨੂੰ ਨੌਲੇਜ ਹੈ ਉਸ ਚੀਜ਼ ਨੂੰ ਬੇਸ ਬਣਾ ਕੇ ਯੂਜ਼ ਕਰਕੇ ਉਹ ਅੱਗੇ ਜੋ ਸਿੱਖਦਾ ਹੈ, ਮਤਲਬ ਉਸ ਚੀਜ਼ ਬਾਰੇ ਜਾਣਦਾ ਹੈ ਜਿਸ ਦੇ ਬਾਰੇ ਉਹਨੂੰ ਪਹਿਲਾਂ ਨਹੀਂ ਪਤਾ ਸੀ। ਕਲੀਅਰ? ਨੈਕਸਟ ਅਗਰ ਆਪਾਂ ਗੱਲ ਕਰੀਏ ਸੈਕਿੰਡ ਦੀ, सरल तो कठिन वाल। सरल तो कठिन वाल। सरल तो कठिन वाल ਦਾ ਮਤਲਬ ਕੀ ਹੈ? ਪਹਿਲਾਂ ਉਹਨੂੰ ਸੌਖੇ ਅੱਖਰ ਸੌਖੇ ਸ਼ਬਦ ਸਿਖਾਏ ਜਾਂਦੇ ਨੇ, ਫਿਰ ਹੌਲੀ ਹੌਲੀ ਉਹਨੂੰ ਔਖੇ। ਹੁਣ ਅਗਰ ਆਪਾਂ ਬੱਚੇ ਨੂੰ ਡਾਇਰੈਕਟਲੀ ਔਖਾ ਸਿਖਾਉਣਾ ਸ਼ੁਰੂ ਕਰ ਦਾਂਗੇ ਤਾਂ ਉਹ ਕਨਫਿਊਜ਼ ਹੋਏਗਾ ਤੇ ਸ਼ਾਇਦ ਭਾਸ਼ਾ ਨੂੰ ਉਸ ਨੂੰ ਔਖੀ ਸਮਝਣ ਲੱਗੇਗਾ ਤੇ ਉੱਥੇ ਹੀ ਛੱਡ ਦੇਵੇਗਾ। ਤਾਂ ਕਰਕੇ ਪਹਿਲਾਂ ਸਰਲ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ, ਸੌਖੇ ਸ਼ਬਦ ਸਿਖਾਏ ਜਾਂਦੇ ਨੇ। ਕਲੀਅਰ? ਹੁਣ ਕਿਵੇਂ ਸਿਖਾਇਆ ਜਾਂਦਾ? ਫੋਰ ਐਗਜ਼ਾਮਪਲ ਕਿ ਪਹਿਲਾਂ ਬੱਚੇ ਨੂੰ ਹਾਹਾ ਪਾਣਾ ਸਿਖਾਇਆ ਜਾਂਦਾ, ਹਾਹੇ ਨੂੰ ਜੋੜ ਕੇ ਰਾਰਾ ਬਣ ਜਾਂਦਾ ਹੈ। ਕਲੀਅਰ? ਇਸ ਤਰੀਕੇ ਦੇ ਇਹ ਬਹੁਤ ਮੈਥਡਸ ਹੁੰਦੇ ਨੇ, ਬਟ ਇਹਨੂੰ ਆਪਾਂ ਐਜ਼ ਐਗਜ਼ਾਮਪਲ ਯੂਜ਼ ਕਰ ਸਕਦੇ ਕਿ ਸਰਲ ਤੋਂ ਕਠਿਨ ਵੱਲ। ਇਹਨੂੰ ਅੱਗੇ ਡਿਟੇਲ ਦੇ ਵਿੱਚ ਪੜਾਂਗੇ ਜਦੋਂ ਇਹਦੇ ਟਾਈਪਸ ਆਣਗੀਆਂ। ਤਾਂ ਸਰਲ ਤੋਂ ਕਠਿਨ ਆਪਾਂ ਕਹਿ ਸਕਦੇ ਕਿ ਪਹਿਲਾਂ ਜਿਹੜੇ ਸੌਖੇ ਸ਼ਬਦ ਨੇ ਉਹ ਸਿਖਾਏ ਜਾਂਦੇ ਨੇ, ਫਿਰ ਉਹਨਾਂ ਨੂੰ ਮਿਲਾ ਕੇ ਜੋ ਸ਼ਬਦ ਬਣਦੇ ਨੇ ਜੋ ਕਿ ਔਖੇ ਹੁੰਦੇ ਨੇ ਉਹਨਾਂ ਵੱਲ ਉਹਨਾਂ ਨੂੰ ਪਹੁੰਚਾਇਆ ਜਾਂਦਾ। ਜਾਂ ਫਿਰ ਇਹ ਵੀ ਕਹਿ ਸਕਦੇ ਕਿ ਜਿਵੇਂ ਉਹਨਾਂ ਨੂੰ ਪਹਿਲਾਂ ਇੱਕ ਇੱਕ ਕਰਕੇ ਸਿਖਾਇਆ ਜਾਂਦਾ, ਫਿਰ 2 ਸ਼ਬਦ, ਫਿਰ 3 ਸ਼ਬਦ, ਇਸ ਤਰੀਕੇ ਨਾਲ। ਕਲੀਅਰ? ਨੈਕਸਟ ਅਗਰ ਆਪਾਂ ਗੱਲ ਕਰੀਏ ਥਰਡ ਟਾਈਪ ਦੀ, ਵਿਸ਼ੇਸ਼ ਤੋਂ ਸਧਾਰਨ ਵੱਲ। ਵਿਸ਼ੇਸ਼ ਤੋਂ ਸਧਾਰਨ ਵੱਲ। ਵਿਸ਼ੇਸ਼ ਤੋਂ ਸਧਾਰਨ ਵੱਲ ਦਾ ਮਤਲਬ ਕੀ ਹੈ? ਕਿ ਕਿਸੇ ਵਿਸ਼ੇਸ਼ ਤੋਂ, ਕਿਸੇ ਵਿਸ਼ੇਸ਼ ਪਦਾਰਥ ਤੋਂ ਸਧਾਰਨ ਵੱਲ ਨੂੰ ਜਾਣਾ। ਕਲੀਅਰ? ਕਿਸੇ ਵਿਸ਼ੇਸ਼ ਪਦਾਰਥ ਨੂੰ ਪਹਿਲਾਂ ਪੇਸ਼ ਕਰਨਾ, ਫਿਰ ਉਹਦੇ ਜਿਹੜੇ ਆਮ ਨਤੀਜੇ ਹੁੰਦੇ ਨੇ, ਸਧਾਰਨ ਨਤੀਜੇ ਹੁੰਦੇ ਨੇ, ਉਹਨਾਂ ਬਾਰੇ ਉਹਨਾਂ ਨੂੰ ਜਾਣਕਾਰੀ ਦੇਣਾ। ਤਾਂ ਇਹ ਕੀ ਚੀਜ਼ ਹੋ ਜਾਏਗੀ? ਵਿਸ਼ੇਸ਼ ਤੋਂ ਸਧਾਰਨ ਵੱਲ। ਨੈਕਸਟ ਅਗਰ ਆਪਾਂ ਗੱਲ ਕਰੀਏ ਫੋਰਥ ਟਾਈਪ ਦੀ, ਫੋਰਥ ਟਾਈਪ ਦੇ ਵਿੱਚ ਹੁੰਦਾ ਹੈ ਮੂਰਤ ਤੋਂ ਅਮੂਰਤ ਵੱਲ। ਮੂਰਤ ਤੋਂ ਅਮੂਰਤ ਦੀ ਅਗਰ ਆਪਾਂ ਗੱਲ ਕਰੀਏ, ਇਹ ਬਹੁਤ ਵਾਰੀ ਡਿਸਕਸ ਵੀ ਕਰ ਚੁੱਕੇ ਹਾਂ। ਠੀਕ ਹੈ? ਮੂਰਤ ਦੇ ਵਿੱਚ ਕੀ ਹੁੰਦਾ ਹੈ? ਜਿਵੇਂ ਪਿਕਚਰਸ, ਜਿਵੇਂ ਛੋਟੇ ਬੱਚੇ ਨੇ ਉਹਨਾਂ ਨੂੰ ਜਦੋਂ ਪੜਾਇਆ ਜਾਂਦਾ ਹੈ, ਭਾਸ਼ਾ ਸਿਖਾਈ ਜਾਂਦੀ ਹੈ, ਇੱਕ ਇੱਕ ਅੱਖਰ ਊੜਾ ਆੜਾ ਕਰਕੇ ਉਹਨਾਂ ਨੂੰ ਪੜਾਇਆ ਜਾਂਦਾ, ਤਾਂ ਉਹਦੇ ਨਾਲ ਹੀ ਪਿਕਚਰਸ ਵੀ ਰਿਪਰੈਜ਼ੈਂਟ ਹੁੰਦੀਆਂ ਨੇ। ਪਿਕਚਰਸ ਨੂੰ ਦੇਖ ਦੇਖ ਕੇ ਉਹ ਸਿੱਖਦੇ ਨੇ, ਮਤਲਬ ਉਦੋਂ ਉਹ ਮੂਰਤ ਵੇ ਦੇ ਨਾਲ ਸਟੱਡੀ ਕਰਦੇ ਨੇ, ਮਤਲਬ ਦੇਖ ਕੇ ਮੂਰਤ ਵੇ ਦੇ ਨਾਲ
ਪਿਕਚਰਸ ਨੂੰ ਦੇਖ ਕੇ ਪੜ੍ਹਦੇ ਨੇ, ਸਿੱਖਦੇ ਨੇ, ਇਮੇਜ ਨੂੰ ਦੇਖ ਕੇ, ਤਾਂ ਕਿ ਉਹਨਾਂ ਦੇ ਮਾਈਂਡ ਦੇ ਵਿੱਚ ਇਮੇਜ ਬੈਠ ਜਾਵੇ ਤੇ ਉਹ ਨਾ ਭੁੱਲ ਸਕਣ। ਉਸ ਤੋਂ ਬਾਅਦ ਜਿਵੇਂ ਜਿਵੇਂ ਉਹ ਵੱਡੇ ਹੁੰਦੇ ਜਾਂਦੇ ਨੇ, ਕਲੀਅਰ, ਹੁਣ ਜਿਵੇਂ 10th ਕਲਾਸ ਦੇ ਸਟੂਡੈਂਟ ਨੇ, +2 ਕਲਾਸ ਦੇ ਸਟੂਡੈਂਟ ਨੇ, ਜੇਕਰ ਆਪਾਂ 7th 8th ਦੀ ਵੀ ਗੱਲ ਕਰੀਏ ਤਾਂ ਉੱਥੇ ਵੀ ਜੋ ਆਮ ਮੂਰਤ ਹੈ ਉਹ ਸ਼ੁਰੂ ਹੋ ਜਾਂਦਾ ਹੈ। ਆਮ ਮੂਰਤ ਦੇ ਵਿੱਚ ਕੀ ਹੁੰਦਾ ਹੈ, ਪਿਕਚਰਸ ਨਹੀਂ ਰਿਪਰੈਜ਼ੈਂਟ ਕੀਤੇ ਜਾਂਦੇ। ਹੁਣ 12th ਕਲਾਸ ਦਾ ਬੱਚਾ ਉਹ ਸਟੱਡੀ ਕਰ ਰਿਹਾ, ਉਹਦੇ ਵਿੱਚ ਜੋ ਬੁੱਕ ਹੈ ਉਹਦੇ ਵਿੱਚ ਕੋਈ ਪਿਕਚਰਸ ਨਹੀਂ ਹੁੰਦੀਆਂ, ਉਹ ਅਮੂਰਤ ਚਿੰਤਨ ਕਰਦਾ ਹੈ, ਕਲੀਅਰ, ਉਹਨੂੰ ਪਹਿਚਾਨ ਹੋ ਜਾਂਦੀ ਹੈ, ਉਹਨੂੰ ਫਿਰ ਸਿੱਧਾ ਹੀ ਉਹਦੇ ਜੋ ਇਮੇजेस ਨੇ ਉਹ ਸਭ ਕੁਝ ਕਲੀਅਰ ਹੋ ਜਾਂਦਾ ਹੈ। ਮਤਲਬ ਉਹ ਇੰਨਾ ਕਿ ਡਿਵੈਲਪ ਹੋ ਚੁੱਕਿਆ ਹੁੰਦਾ ਹੈ ਕਿ ਹੁਣ ਉਹਨੂੰ ਪੜ੍ਹਨ ਲਈ ਪਿਕਚਰਸ ਦੀ ਲੋੜ ਜਾਂ ਮੂਰਤ ਦੀ ਲੋੜ ਨਹੀਂ ਹੁੰਦੀ। ਨੈਕਸਟ ਅਗਰ ਆਪਾਂ ਗੱਲ ਕਰੀਏ ਪੂਰਨ ਤੋਂ ਅੰਸ਼ ਵੱਲ, ਪੂਰਨ ਤੋਂ ਅੰਸ਼ ਵੱਲ। ਪੂਰਨ ਤੋਂ ਅੰਸ਼ ਵੱਲ ਦਾ ਮਤਲਬ ਕੀ ਹੈ ਕਿ ਪਹਿਲਾਂ ਪੂਰੀ ਚੀਜ਼ ਦਿਖਾਈ ਜਾਂਦੀ ਹੈ, ਪੂਰੇ ਅੰਗਾਂ ਬਾਰੇ ਪੂਰੇ ਓਵਰਆਲ ਜੋ ਨੌਲੇਜ ਆ ਉਹ ਦਿੱਤੀ ਜਾਂਦੀ ਹੈ। ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਤਾਂ ਪਹਿਲਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਸ਼ਬਦ ਕੀ ਹੁੰਦੇ ਨੇ, ਪਿਕਚਰ ਦਿਖਾ ਕੇ ਉਹ ਸ਼ਬਦ ਸਿੱਖਦੇ ਨੇ। ਪਹਿਲਾਂ ਉਹਨਾਂ ਨੂੰ ਪੂਰਨ ਦੱਸਿਆ ਜਾਂਦਾ ਹੈ, ਸਿਰਫ ਸ਼ਬਦਾਂ ਬਾਰੇ ਦੱਸਿਆ ਜਾਂਦਾ ਹੈ, ਕਲੀਅਰ। ਹੁਣ ਜਿਵੇਂ ਉਹ ਵਾਕ ਲਿਖ ਰਹੇ ਨੇ, ਛੋਟੇ ਬੱਚੇ ਜਿਵੇਂ 3rd 4th ਕਲਾਸ ਦਾ ਬੱਚਾ ਹੈ, ਉਹਨਾਂ ਨੂੰ ਕੀ ਨੌਲੇਜ ਹੁੰਦੀ ਹੈ ਕਿ ਇੱਕ ਵਾਕ ਲਿਖਣਾ ਹੈ, ਬਟ ਜਿਵੇਂ ਜਿਵੇਂ ਉਹ ਗਰੋ ਕਰਦੇ ਜਾਂਦੇ ਨੇ ਤਾਂ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਪਹਿਲਾਂ ਕਰਤਾ ਹੁੰਦਾ ਹੈ, ਫਿਰ ਕਰਮ ਹੁੰਦਾ ਹੈ, ਮਤਲਬ ਵਾਕ ਨੂੰ ਕਿਵੇਂ ਬਣਾਉਣਾ ਹੈ, ਵਾਕ ਕਿਵੇਂ ਬਣਦਾ ਹੈ, ਕਿੰਨਾ ਪਾਰਟਸ ਤੋਂ ਮਿਲ ਕੇ ਬਣਦਾ ਹੈ, ਉਹਨਾਂ ਪਾਰਟਸ ਬਾਰੇ ਉਹਨਾਂ ਨੂੰ ਡਿਫਾਈਨ ਕੀਤਾ ਜਾਂਦਾ ਹੈ। ਇਹ ਕੀਤਾ ਜਾਂਦਾ ਹੈ ਹਾਇਰ ਕਲਾਸਿਸ ਦੇ ਵਿੱਚ, ਬਟ ਅਗਰ ਆਪਾਂ ਗੱਲ ਕਰੀਏ ਛੋਟੀਆਂ ਕਲਾਸਿਸ ਦੀ ਤਾਂ ਉਹਨਾਂ ਨੂੰ ਡਾਇਰੈਕਟਲੀ ਮਤਲਬ ਇਹ ਸਾਰੀਆਂ ਡਿਟੇਲਸ ਪਹਿਲਾਂ ਉਹਨਾਂ ਨੂੰ ਪੂਰਨ ਸਟੱਡੀ ਕਰਵਾਈ ਜਾਂਦੀ ਹੈ, ਜਿਵੇਂ ਜਿਵੇਂ ਉਹ ਗਰੋ ਕਰਦੇ ਨੇ ਉਸ ਤੋਂ ਬਾਅਦ ਅੰਸ਼ ਮਤਲਬ ਉਹਨਾਂ ਦੇ ਇਕੱਲੇ ਇਕੱਲੇ ਪਾਰਟ ਬਾਰੇ ਡਿਫਾਈਨ ਕੀਤਾ ਜਾਂਦਾ ਹੈ। ਤੇ ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ, ਪੂਰਨ ਤੋਂ ਅੰਸ਼ ਵੱਲ, ਕਲੀਅਰ। ਨੈਕਸਟ ਅਗਰ ਆਪਾਂ ਡਿਸਕਸ ਕਰੀਏ ਤਾਂ ਨੈਕਸਟ ਹੈ ਆਗਮਨ ਤੋਂ ਨਿਗਮਨ ਵੱਲ, ਆਗਮਨ ਤੋਂ ਨਿਗਮਨ ਵੱਲ। ਆਗਮਨ ਤੋਂ ਨਿਗਮਨ ਵੱਲ ਦਾ ਮਤਲਬ ਕੀ ਹੈ, ਆਗਮਨ ਮਤਲਬ ਇੰਡਕਟਿਵ ਮੈਥਡ ਜੇ ਤੁਹਾਡੇ ਮਾਈਂਡ ਦੇ ਵਿੱਚ ਹੋਵੇ, ਤੇ ਨਿਗਮਨ ਮਤਲਬ ਡਿਡਕਟਿਵ ਮੈਥਡ। ਆਗਮਨ ਮਤਲਬ ਪਹਿਲਾਂ ਉਦਾਹਰਨਾਂ ਨੂੰ ਸਪਸ਼ਟ ਕੀਤਾ ਜਾਂਦਾ ਹੈ। ਉਦਾਹਰਨਾਂ ਫੋਰ ਐਗਜ਼ਾਮਪਲ ਆਪਾਂ ਇੱਕ ਐਗਜ਼ਾਮਪਲ ਕੀਤੀ ਸੀ, ਉਹਦੇ ਵਿੱਚ ਆਪਾਂ ਕੀ ਪੜਿਆ ਸੀ ਕਿ ਇੱਕ ਨੇ ਕਲਾਸ ਹੈ, ਕਲਾਸ ਦੇ ਵਿੱਚ ਟੀਚਰ ਹੈ ਜੋ ਨਾਵ ਨੂੰ ਪੜਾਉਣਾ ਚਾਹ ਰਿਹਾ ਹੈ। ਨਾਵ ਦੇ ਵਿੱਚ ਉਹ ਕੀ ਕਰਦਾ ਹੈ, ਪਹਿਲਾਂ ਇੱਕ ਬੱਚੇ ਨੂੰ ਖੜਾ ਕਰਦਾ ਹੈ, ਬੱਚੇ ਨੂੰ ਖੜਾ ਕਰਕੇ ਉਹ ਤੋਂ ਪੁੱਛਦਾ ਹੈ ਕਿ ਉਹਦਾ ਨਾਮ ਕੀ ਹੈ, ਉਹ ਆਪਣਾ ਨੇਮ ਦੱਸੇਗਾ ਤਾਂ ਟੀਚਰ ਉਹਨੂੰ ਬੋਰਡ ਤੇ ਲਿਖ ਦਿੰਦਾ ਹੈ। ਫਿਰ ਉਸਦੇ ਜੋ ਸਕੂਲ ਹੈ, ਸਕੂਲ ਦਾ ਨੇਮ ਪੁੱਛਦਾ ਹੈ, ਉਹਦੇ ਬੈਸਟ ਫਰੈਂਡ ਦਾ ਨੇਮ ਪੁੱਛਦਾ ਹੈ, ਕਲੀਅਰ। ਜਿਸ ਚੀਜ਼ ਤੇ ਉਹ ਬੈਠਾ ਹੈ ਮਤਲਬ ਬੈਂਚ, ਉਸਦਾ ਨੇਮ ਪੁੱਛਦਾ ਹੈ, ਉਹਦਾ ਫੇਵਰੇਟ ਫਲ ਫਰੂਟ ਕਿਹੜਾ ਹੈ, ਉਹਦੀ ਫੇਵਰੇਟ ਵੈਜੀਟੇਬਲ ਕਿਹੜੀ ਹੈ। ਮਤਲਬ ਬਹੁਤ ਸਾਰੇ ਜੋ ਇਸ ਤਰੀਕੇ ਦੀ ਉਦਾਹਰਨਾਂ ਨੇ ਉਹਨਾਂ ਨੂੰ ਇਕੱਠਾ ਕਰਦਾ ਹੈ। ਮਤਲਬ ਬੱਚਾ ਜਦੋਂ ਉਸਨੂੰ ਦੱਸਦਾ ਹੈ ਕਿ ਮੇਰਾ ਫੇਵਰੇਟ ਫਰੂਟ ਇਹ ਹੈ, ਮੇਰਾ ਫੇਵਰੇਟ ਵੈਜੀਟੇਬਲ ਇਹ ਹੈ, ਮੈਂ ਬੈਂਚ ਤੇ ਬੈਠਾ ਹਾਂ, ਮੇਰੇ ਫਰੈਂਡ ਦਾ ਨਾਮ ਇਹ ਹੈ, ਮੇਰੇ ਬੈਸਟ ਫਰੈਂਡ ਦਾ ਨਾਮ ਇਹ ਹੈ, ਮੇਰਾ ਨਾਮ, ਉਹ ਸਾਰੇ ਜੋ ਨਾਮ ਨੇ ਜਦੋਂ ਕਲੈਕਟ ਕਰ ਲੈਂਦਾ ਹੈ ਇੱਕ ਟੀਚਰ ਇੱਕ ਬੱਚੇ ਤੋਂ ਪੁੱਛਦਾ ਹੈ ਤਾਂ ਮਤਲਬ ਪਹਿਲਾਂ ਉਸਨੂੰ ਉਦਾਹਰਨ ਤੋਂ ਸਮਝਾਉਂਦਾ ਹੈ, ਇੱਕ ਬੋਰਡ ਤੇ ਸਾਰੇ ਨੇਮ ਲਿਖਦਾ ਹੈ। ਆਫਟਰ ਦੈਟ ਉਹ ਦੱਸਦਾ ਹੈ ਕਿ ਇਹ ਜੋ ਵੀ ਮੈंने ਬੋਰਡ ਤੇ ਲਿਖਿਆ ਹੈ ਇਹ ਸਾਰੇ ਕੀ ਹਨ, ਨਾਮ ਹਨ। ਮਤਲਬ ਉਹ ਪਹਿਲਾਂ ਉਹਨੇ ਐਗਜ਼ਾਮਪਲਸ ਨੂੰ ਕਲੈਕਟ ਕੀਤਾ ਟੀਚਰ ਨੇ, ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਦੱਸਿਆ ਕਿ ਇਹ ਇੱਕ ਰੂਲ ਹੈ। ਰੂਲ ਕੀ ਹੈ ਕਿ ਕਿਸੇ ਵੀ ਚੀਜ਼ ਦਾ ਨਾਮ ਹੈ ਉਸਨੂੰ ਆਪਾਂ ਕੀ ਕਹਿੰਦੇ ਆ, ਨਾਮ ਕਹਿੰਦੇ ਆ। ਤਾਂ ਇਸ ਚੀਜ਼ ਤੋਂ ਆਪਾਂ ਕਹਿ ਸਕਦੇ ਕਿ ਇਹ ਜੋ ਸਟੱਡੀ ਹੈ ਇਹ ਕਰਵਾਈ ਜਾਂਦੀ ਹੈ ਉਦਾਹਰਨ ਤੋਂ ਨਿਯਮ ਤੱਕ, ਮਤਲਬ ਆਗਮਨ ਤੋਂ ਨਿਗਮਨ ਤੱਕ। ਪਹਿਲਾਂ ਉਦਾਹਰਨਾਂ ਨੂੰ ਕਲੈਕਟ ਕੀਤਾ ਜਾਂਦਾ, ਉਦਾਹਰਨਾਂ ਨੂੰ ਸਮਝਿਆ ਜਾਂਦਾ ਹੈ, ਫਿਰ ਹੌਲੀ ਹੌਲੀ ਉਹ ਤੋਂ ਜੋ ਨਿਯਮ ਬਣਦੇ ਨੇ ਜਾਂ ਪਰਿਭਾਸ਼ਾ ਬਣਦੀ ਹੈ ਉਸਨੂੰ ਸਮਝਿਆ ਤੇ ਸਮਝਾਇਆ ਜਾਂਦਾ ਹੈ, ਕਲੀਅਰ। ਤਾਂ ਇਹ ਹੋ ਗਿਆ ਆਗਮਨ ਤੋਂ ਨਿਗਮਨ ਤੱਕ। ਨੈਕਸਟ ਅਗਰ ਆਪਾਂ ਗੱਲ ਕਰੀਏ, ਨੈਕਸਟ ਟਾਈਪ ਇਜ਼ ਵਿਸ਼ਲੇਸ਼ਣ। ਵਿਸ਼ਲੇਸ਼ਣ ਤੋਂ ਸੰਸ਼ਲੇਸ਼ਣ। विश्लेषण तो संश्लेषण तक बल भी कह सकते हैं, तक भी कह सकते हैं, बल वर्ड इज मोर सुटेबल। तो विश्लेषण तो संश्लेषण तक, विश्लेषण का अर्थ है कि छोटी तो छोटी जिहड़ी इकाई है उसनू पूरी डिटेल दे विच पहला आप कह सकते हैं कि विश्लेषण का अर्थ हुंदा है कि हर एक चीज नू तोड़ के पढ़ना, ब्रेक करके पढ़ना। ते संश्लेषण का अर्थ हुंदा संपूर्ण वे दे विच ओवरऑल जो स्टडी हुंदी है वो कीती जांदी है। इहदे विच आपां कह सकदे कि छोटी तो छोटी इकाई है जिहड़ी उसनू उस दे विच उहनू ब्रेक करना फिर पढ़ना। मतलब पहला छोटे छोटे पार्ट्स ने उन्हां नू पढ़ाया जांदा, फिर उस तो बाद ओवरऑल जो
ਸਟੱਡੀ ਹੁੰਦੀ ਆ ਉਹ ਕੀਤੀ ਜਾਂਦੀ ਹੈ। ਇਹ ਜੋ ਹੋਏਗਾ ਉਹ ਹੋਏਗਾ ਵਿਸ਼ਲੇਸ਼ਣ ਤੋਂ ਸੰਸਲੇਸ਼ਣ। ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ ਇਹ ਹੈ ਅਨੁਭਵ ਤੋਂ ਅਨੁਭਵ ਤੋਂ ਤਰਕਵਾਦ। ਅਨੁਭਵ ਤੋਂ ਤਰਕਵਾਦ। ਹੁਣ ਅਨੁਭਵ ਤੋਂ ਤਰਕਵਾਦ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਚੀਜ਼ ਹੈ? ਅਨੁਭਵ ਤੋਂ ਤਰਕ ਜਾਂ ਫਿਰ ਤੁਸੀਂ ਤਰਕ ਨੂੰ ਮਨੋਵਿਗਿਆਨ ਵੀ ਕਹਿ ਸਕਦੇ ਹੋ। ਅਨੁਭਵ ਤੋਂ ਤਰਕਵਾਦ ਜਾਂ ਮਨੋਵਿਗਿਆਨ ਵੱਲ ਕਈ ਵਾਰ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦਾ ਤਾਂ ਕਨਫਿਊਜ਼ਨ ਹੋ ਜਾਂਦੀ ਹੈ। ਮਨੋਵਿਗਿਆਨ। ਕਲੀਅਰ। मतलब जिस चीज का सानू अनुभव है उस चीज तो लॉजिक वाल जाना। क्लियर। एक्सपीरियंस टू लॉजिक ਆਪਾਂ ਕਹਿ ਸਕਦੇ ਹਾਂ ਇਸ ਚੀਜ਼ ਨੂੰ। ਤੇ ਇਹਦੇ ਵਿੱਚ ਆਪਣੇ ਕੋਲ ਕਿੰਨਾ ਜਿਵੇਂ ਸਭ ਤੋਂ ਪਹਿਲਾਂ ਕੀ ਹੁੰਦਾ ਸੀ, ਕਵਿਤਾ ਬੱਚੇ ਪੜ੍ਹਦੇ ਨੇ, ਗੀਤ ਸਿੱਖਦੇ ਨੇ। ਮਤਲਬ ਉਹਨਾਂ ਨੂੰ ਕਵਿਤਾ ਕੁਝ ਬਹੁਤ ਈਜ਼ੀ ਵੇ ਦੇ ਨਾਲ ਉਹਨਾਂ ਨੂੰ ਪੜ੍ਹਾਈ ਜਾਂਦੀ ਹੈ, ਪੋਇਮਸ ਸਿਖਾਈਆਂ ਜਾਂਦੀਆਂ ਨੇ। ਉਹਨਾਂ ਦੀ ਨੌਲੇਜ ਦੇਣ ਤੋਂ ਬਾਅਦ ਹੌਲੀ ਹੌਲੀ ਜੋ ਕਹਾਣੀ, ਇਕਾਂਗੀ ਮਤਲਬ ਜੋ ਬੜੇ ਸੈਕਸ਼ਨਸ ਹੁੰਦੇ ਨੇ ਉਹ ਸਿਖਾਏ ਜਾਂਦੇ ਨੇ। ਉਹ ਪੜ੍ਹਨ ਦੇ ਵਿੱਚ ਉਹਨਾਂ ਦੀ ਜੋ ਵਿਚਾਰ ਹੈ ਉਹਨਾਂ ਦੇ ਵਿੱਚ ਉਹ ਹੈਲਪ ਕਰਦੀ ਹੈ। ਕਲੀਅਰ। ਤਾਂ ਮਤਲਬ ਕਵਿਤਾਵਾਂ ਜਾਂ ਪੋਇਮਸ ਆਪਾਂ ਕਹਿ ਸਕਦੇ ਹਾਂ, ਇਹਨਾਂ ਤੋਂ ਜਦੋਂ ਇਕਾਂਗੀ ਜਾਂ ਕਹਾਣੀ ਤੱਕ ਜਾਇਆ ਜਾਂਦਾ ਤਾਂ ਉਸ ਵੇ ਨੂੰ ਆਪਾਂ ਕੀ ਕਹਿ ਸਕਦੇ ਹਾਂ? ਅਨੁਭਵ ਤੋਂ ਤਰਕ। ਮਤਲਬ ਜੋ ਸੋਚਣ ਦੀ ਸ਼ਕਤੀ ਹੈ ਜਾਂ ਵਿਚਾਰ ਨੇ ਉਹਨਾਂ ਦੇ ਵਿੱਚ ਵਾਧਾ ਹੁੰਦਾ ਹੈ। ਪਹਿਲਾਂ ਉਹਨਾਂ ਦੇ ਵਿਚਾਰ ਕਵਿਤਾ ਦੀ ਤਰ੍ਹਾਂ ਹੁੰਦੇ ਨੇ, ਅਨੁਭਵ ਉਹਨਾਂ ਦਾ ਕਵਿਤਾ ਦੀ ਤਰ੍ਹਾਂ ਹੁੰਦਾ ਜਿੱਦਾਂ ਦੀ ਕਵਿਤਾਵਾਂ ਰਿਪਰੈਜ਼ੈਂਟ ਕੀਤੀਆਂ ਜਾਂਦੀਆਂ ਨੇ। ਆਫਟਰ ਦੈਟ ਉਹਨਾਂ ਦਾ ਲੈਵਲ ਵੀ ਵੱਧ ਰਹਿੰਦਾ, ਜਿਵੇਂ ਇਕਾਂਗੀ ਕਹਾਣੀ ਐਡ ਹੋ ਗਈ ਤਾਂ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਦੇ ਵਿੱਚ ਵੀ ਵਾਧਾ ਹੁੰਦਾ ਹੈ। ਕਲੀਅਰ। ਤੇ ਇਹ ਕੁਝ ਟਾਈਪ ਸੀਗੀਆਂ, ਟਾਈਪ ਕਹਿ ਲਵੋ ਜੋ ਆਪਾਂ ਕਹਿ ਸਕਦੇ ਕਿ ਜੋ ਸਿੱਖਣ ਦੇ ਸੂਤਰ ਨੇ, ਭਾਸ਼ਾ ਨੂੰ ਸਿਖਾਉਣ ਲਈ ਇਹਨਾਂ ਸੂਤਰਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਟੀਚਰ ਵੱਲੋਂ। ਨੈਕਸਟ ਅਗਰ ਆਪਾਂ ਗੱਲ ਕਰੀਏ ਕਿ ਭਾਸ਼ਾ ਨੂੰ ਅਗਰ ਆਪਾਂ ਸਿਖਾ ਰਹੇ ਹਾਂ ਬਟ ਸਿੱਖਣ ਨੂੰ ਜਿਹੜੇ ਤੱਤ ਪ੍ਰਭਾਵਿਤ ਕਰਦੇ ਨੇ ਉਹ ਕਿਹੜੇ ਕਿਹੜੇ ਨੇ? ਸਿੱਖਣ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ। ਮਤਲਬ ਜੋ ਸਿੱਖਣ ਨੂੰ ਪ੍ਰਭਾਵਿਤ ਕਰਦੇ ਨੇ ਕੁਝ ਤੱਤ ਏਦਾਂ ਦੇ ਹੁੰਦੇ ਨੇ ਜੋ ਉਹਨੂੰ ਇਫੈਕਟਿਵ ਵੀ ਕਰਦੇ ਨੇ, ਨੋ ਡਾਊਟ। ਤਾਂ ਉਹ ਕਿਹੜੇ ਕਿਹੜੇ ਹੁੰਦੇ ਨੇ? ਫਰਸਟ ਵਨ ਇਜ਼ ਪ੍ਰੇਰਨਾ। ਬਿਲਕੁਲ ਕਾਮਨ ਜੀ ਗੱਲਾਂ ਨੇ, ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਜ਼ਿਆਦਾ एक्सप्लेन करने की लोड़ है क्योंकि अपन सबनों पता है कि जो प्रेरणा है वो जो रुचि है बच्चे की वो इफेक्टिव करती है, प्रभावित करती है सीखने। थर्ड आप गल करिए उत्साह। फोर्थ अर्थपूर्ण उद्देश्य। क्लियर। तो अपन को पता है कि जो सीखना है तो बच्चे दे विच प्रेरणा होनी चाहिए है। अगर प्रेरणा नहीं होएगी तो बच्चा उस वे नाल नहीं सीख सकेगा। मतलब अगर वो मोटिवेशन नहीं है, इंस्पायर नहीं है वो, तो सीखने का जो ढंग है सीख रहा होएगा बट वो जो मन है वो नहीं होएगा तो ओबवियस फर्क पेगा। तो प्रेरणा जो है वो प्रभावित करती है। क्लियर। नैक्सट अगर आप गल करिए रुचि की, तो रुचि भी है जो प्रभावित करती है। बच्चे का इंटरस्ट होना चाहिए। बच्चे का इंटरस्ट अगर मैं किसी होर चीज है बट वो सीख कुछ हो रहा है तो वो जो बैलेंस है वो नहीं बनता। मतलब जिथे बच्चे का इंटरस्ट है बच्चे उस चीज के उपर फोकस करना चाहिए है। उत्साह की गल करिए, बच्चा खुशी खुशी अगर कोई काम सीखे तो ज्यादा अच्छा होंगे है। हर एक चीज को सीखने का जिवें आपां पहला भी डिस्कस किया कि उद्देश्य होना चाहिए है, तो अर्थपूर्ण उद्देश्य है जो होना चाहिए। फिफ्थ अगर आप गल करिए सीखण सामग्री। सीखण सामग्री इदां दी होनी चाहिए है। मतलब जो आप कुछ सीख रहे हैं, स्टडी कर रहे हैं, लैंग्वेज सीख रहे हैं तो सीखने की जी सामग्री वो भी सूटेबल होनी चाहिए है, वो भी उन्हें बहुत इफेक्ट करती है। क्लियर। तो नैक्सट अगर आप गल करिए सिक्स जो पॉइंट है वो केड़ा है? परिवर्तनशील कारक। परिवर्तनशील कारक। ਹੁਣ परिवर्तनशील कारक ਕਿਹੜੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਚੇਂजेस ਆਉਂਦੇ ਰਹਿੰਦੇ ਨੇ। ਠੀਕ ਹੈ। ਤਾਂ ਇਹ ਜੋ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਆਪਣੀ ਸਿੱਖਣ ਨੂੰ। 7th ਗੱਲ ਕਰੀਏ ਮਾਨਸਿਕ ਸੰਤੁਲਨ। मानसिक संतुलन। जो बच्चा सीख रहा है किसी लैंग्वेज ਨੂੰ ही लगा लो, तुसी सीख रहा है तो उस टाइम ਉਹਦਾ जो मानसिक संतुलन है ਉਹ भी कुछ उस टाइप का होना चाहिए है ताकि जो लर्निंग है बहुत बढ़िया तरीके नाल हो सके। क्लियर। मतलब मानसिक संतुलन बहुत वार दे हुंदा है कि बच्चा स्टडी कर रहा बट वो जो मैंटली तौर पर प्रेजेंट नहीं होंदा, मैंटली वो किते होर सोच रहा हुंदा है
ਤਾਂ ਮਤਲਬ ਮਾਨਸਿਕ ਸੰਤੁਲਨ ਕੁਝ ਵੀ ਸਿੱਖਣ ਲਈ ਜ਼ਰੂਰੀ ਹੋਣਾ ਚਾਹੀਦਾ ਹੈ। ਨੈਕਸਟ ਅਗਰ ਆਪਾਂ 8th ਗੱਲ ਕਰੀਏ, ਸਰੀਰਕ ਸਿਹਤ। ਹੁਣ ਅਗਰ ਫਿਜ਼ੀਕਲੀ ਫਿਟ ਨਹੀਂ ਹੈ ਬੱਚਾ ਤਾਂ ਉਹ ਕੁਝ ਵੀ ਲਰਨਿੰਗ ਕਰਨ ਦੇ ਵਿੱਚ ਉਹਨੂੰ ਪ੍ਰੋਬਲਮ ਆਉਂਦੀ ਰਹੇਗੀ। ਤਾਂ ਸਰੀਰਕ ਸਿਹਤ ਵੀ ਬਿਲਕੁਲ ਵਧੀਆ ਹੋਣੀ ਚਾਹੀਦੀ ਹੈ। ਫਿਜ਼ੀਕਲੀ ਫਿਟਨੈਸ, ਜਿਵੇਂ ਆਪਾਂ ਨੂੰ ਪਤਾ ਹੈ ਕਿ ਫਿਜ਼ੀਕਲੀ ਮੈਂਟਲੀ ਇਹ ਸਭ ਕੁਝ ਮਿਲ ਕੇ ਜੋ ਡਿਵੈਲਪਮੈਂਟ ਹੈ, ਅਗਰ ਇੱਕ ਚੀਜ਼ ਦੇ ਵਿੱਚ ਵੀ ਪ੍ਰੋਬਲਮ ਆ ਜਾਂਦੀ ਹੈ, ਮਤਲਬ ਫਿਜ਼ੀਕਲੀ ਫਿਟ ਨਹੀਂ ਹੈ ਜਾਂ ਮੈਂਟਲੀ ਫਿਟ ਨਹੀਂ ਹੈ, ਤਾਂ ਜੋ ਡਿਵੈਲਪਮੈਂਟ ਹੈ ਉਹ ਬਹੁਤ ਜ਼ਿਆਦਾ ਇਫੈਕਟ ਹੁੰਦੀ ਹੈ ਇਹਨਾਂ ਚੀਜ਼ਾਂ ਨਾਲ। ਤਾਂ ਸਿਮਿਲਰਲੀ ਅਗਰ ਸਿਹਤ ਠੀਕ ਨਹੀਂ ਹੈ ਤਾਂ ਬੱਚੇ ਨੂੰ ਸਿੱਖਣ ਦੇ ਵਿੱਚ ਵੀ ਦਿੱਕਤ ਆਏਗੀ। ਨੈਕਸਟ ਅਗਰ ਆਪਾਂ ਗੱਲ ਕਰੀਏ ਬੁੱਧੀ, ਮਤਲਬ ਹੁਣੀ ਆਪਾਂ ਗੱਲ ਕੀਤੀ ਹੈ ਕਿ ਜਿਵੇਂ ਸਰੀਰਕ ਸਿਹਤ ਵਧੀਆ ਹੋਣੀ ਚਾਹੀਦੀ ਹੈ ਉਵੇਂ ਬੁੱਧੀ ਵੀ ਕੀ ਹੋਣੀ ਚਾਹੀਦੀ ਹੈ, ਤੰਦਰੁਸਤ ਹੋਣੀ ਚਾਹੀਦੀ ਹੈ, ਮਤਲਬ ਮੈਂਟਲੀ ਕੰਡੀਸ਼ਨ ਵੀ ਬੱਚੇ ਦੀ ਵਧੀਆ ਹੋਣੀ ਚਾਹੀਦੀ ਹੈ। 10th ਅਗਰ ਆਪਾਂ ਗੱਲ ਕਰੀਏ ਉਮਰ ਦੇ ਹਿਸਾਬ ਨਾਲ ਹੀ ਸਿੱਖਿਆ ਜਾ ਸਕਦਾ ਹੈ। ਹੁਣ ਅਗਰ ਆਪਾਂ 5 ਸਾਲ ਦੇ ਬੱਚੇ ਨੂੰ 20 ਸਾਲ ਦੇ ਬੱਚੇ ਵਾਲੀ 20 ਸਾਲ ਦੇ ਬੱਚੇ ਵਾਲੀ ਐਕਟੀਵਿਟੀਜ਼ ਕਰਵਾਵਾਂਗੇ ਜਾਂ ਉਸ ਵੇ ਦਾ ਉਹਨੂੰ ਪੜਾਇਆ ਜਾਏਗਾ, ਸਿੱਧਾ ਹੀ ਡਾਇਰੈਕਟਲੀ ਇੱਕ ਸ਼ਬਦ ਕਰਨ ਦੀ ਬਜਾਏ ਡਾਇਰੈਕਟਲੀ ਉਸਨੂੰ ਇਕਾਂਗੀ ਜਾਂ ਕਹਾਣੀ ਸਿਖਾਇਆ ਜਾਏਗੀ ਤਾਂ ਉਹ ਬਿਲਕੁਲ ਨਹੀਂ ਸਿੱਖ ਪਾਏਗਾ। ਇਸ ਦਾ ਕਹਿਣ ਦਾ ਮਤਲਬ ਕੀ ਹੈ ਕਿ ਉਮਰ ਹੈ ਬਹੁਤ ਇਫੈਕਟ ਕਰਦੀ ਹੈ। ਤਾਂ ਉਮਰ ਦੇ ਅਕੋਰਡਿੰਗ ਹੀ ਜੋ ਨੌਲੇਜ ਆ ਉਹ ਦਿੱਤੀ ਜਾਣੀ ਚਾਹੀਦੀ ਹੈ। ਸਿੱਖਣ ਦੇ ਲਈ ਜੋ ਵੀ ਐਕਟੀਵਿਟੀਜ਼ ਨੇ ਉਹ ਉਮਰ ਦੇ ਹਿਸਾਬ ਨਾਲ ਹੀ ਕਰਨੀਆਂ ਚਾਹੀਦੀਆਂ। ਨੈਕਸਟ ਅਗਰ ਆਪਾਂ 11th ਦੀ ਗੱਲ ਕਰੀਏ, 11th ਜੋ ਪੁਆਇੰਟ ਹੈ ਉਹ ਆਪਣੇ ਕੋਲ ਕਿਹੜਾ ਰਹੇਗਾ? ਉਮਰ डिस्कस कर चुके ਆਪਾਂ। परिपक्वता मतलब जो मैच्योरेशन ਹੁੰਦੀ ਹੈ, मतलब जो एक्टिविटी एक बच्चे ਨੂੰ करवाई जा रही है उस एक्टिविटी ਕਰਨ ਦੇ जो उसकी जो परिपक्वता है ਜਾਂ नहीं, ਇਹ ਚੀਜ਼ ਵੀ ਬਹੁਤ इफेक्ट करती है। फॉर एग्जांपल अगर कोई बच्चा हाले ਇੰਨਾ ਛੋਟਾ ਹੈ ਕਿ ਉਸਨੂੰ ਹਾਲੇ ਨਹੀਂ ਪਤਾ ਕਿ ਕਿਸ ਤਰੀਕੇ ਨਾਲ ਪੈਨ ਜਾਂ ਪੈਨਸਿਲ ਨੂੰ ਪਕੜਨਾ ਹੈ, ਲਿਖਣਾ ਕਿਸ ਤਰੀਕੇ ਨਾਲ ਹੈ, ਕੋਆਰਡੀਨੇਸ਼ਨ, ਹਾਲੇ ਲਿਖਣ ਦੀ ਜੋ ਪਰਿਪੱਕਤਾ ਹੈ, ਜੋ ਮੈਚੁਰਿਟੀ ਹੈ ਉਹ ਉਹਦੇ ਵਿੱਚ ਉਹ ਹਾਲੇ ਨਹੀਂ ਆਈ ਹੈ। ਹਾਲੇ ਮਤਲਬ ਹਾਲੇ ਉਹ ਇੰਨਾ ਮੈਚੁਰ ਨਹੀਂ ਹੋਇਆ ਹੈ। ਤਾਂ ਉਸਨੂੰ ਡਾਇਰੈਕਟਲੀ ਕੁਝ ਐਕਟੀਵਿਟੀਜ਼ ਇਸ ਵੇ ਦੀਆਂ ਕਰਵਾਉਣੀਆਂ ਚਾਹੀਦੀਆਂ ਨੇ ਕਿ ਉਸਦੇ ਲੈਵਲ ਦੀਆਂ ਹੋਣ, ਉਸਦੀ ਪਰਿਪੱਕਤਾ ਦੇ ਹਿਸਾਬ ਨਾਲ। ਕਲੀਅਰ? ਤਾਂ ਆਪਾਂ ਕਹਿ ਸਕਦੇ ਕਿ ਜੋ ਪਰਿਪੱਕਤਾ ਹੁੰਦੀ ਹੈ ਉਹ ਵੀ ਬਹੁਤ ਇਫੈਕਟ ਕਰਦੀ ਹੈ। ਤੇ ਜੋ ਵਾਤਾਵਰਨ ਹੈ ਸਿੱਖਣ ਦੇ ਲਈ ਉਚਿਤ ਵਾਤਾਵਰਨ ਹੋਣਾ ਚਾਹੀਦਾ ਹੈ। ਉਚਿਤ ਵਾਤਾਵਰਨ ਵੀ ਬਹੁਤ ਇਫੈਕਟ ਕਰਦਾ ਹੈ। ਉਚਿਤ ਵਾਤਾਵਰਨ ਤੋਂ ਮਤਲਬ ਇਹ ਹੈ ਕਿ ਜੋ ਆਪਣਾ ਮਾਹੌਲ ਹੈ ਜਾਂ ਆਲੇ ਦੁਆਲੇ ਦਾ ਜਿਵੇਂ ਸ਼ਾਂਤ ਹੋਣਾ ਚਾਹੀਦਾ। ਬਹੁਤ ਜ਼ਿਆਦਾ ਸ਼ੋਰ ਦੇ ਵਿੱਚ ਅਗਰ ਆਪਾਂ ਸਿਖਾਵਾਂਗੇ ਤਾਂ ਉਹ ਨਹੀਂ ਪੋਸੀਬਲ ਹੁੰਦਾ। ਕਿਉਂ ਨਹੀਂ ਪੋਸੀਬਲ ਹੁੰਦਾ? ਕਿਉਂਕਿ ਜ਼ਿਆਦਾ ਸ਼ੋਰ ਦੇ ਵਿੱਚ ਕੋਈ ਧਿਆਨ ਹੈ ਜੋ ਕਨਸੈਂਟਰੇਟ ਨਹੀਂ ਹੈ ਲੱਗਦਾ। ਤਾਂ ਵਾਤਾਵਰਨ ਹੈ ਜੋ ਸ਼ਾਂਤ ਹੋਣਾ ਚਾਹੀਦਾ, ਨਾ ਜ਼ਿਆਦਾ ਗਰਮੀ ਹੋਣੀ ਚਾਹੀਦੀ ਹੈ ਨਾ ਜ਼ਿਆਦਾ ਸਰਦੀ ਹੋਣੀ ਚਾਹੀਦੀ ਹੈ, ਮਤਲਬ ਅਨੁਕੂਲ ਵਾਤਾਵਰਨ ਹੋਣਾ ਚਾਹੀਦਾ ਤਾਂ ਕਿ ਸਿੱਖਿਆ ਬੜੀ ਵਧੀਆ ਤਰੀਕੇ ਨਾਲ ਜਾ ਸਕੇ, ਨੌਲੇਜ ਆ ਉਹ ਵਧੀਆ ਤਰੀਕੇ ਨਾਲ ਲਈ ਜਾ ਸਕੇ। ਕਲੀਅਰ? ਤਾਂ ਇਹ ਕੁਝ ਜੋ ਪੁਆਇੰਟ ਸੀਗੇ ਜਿਹੜੇ ਕਿ ਪ੍ਰਭਾਵਿਤ ਕਰਦੇ ਨੇ ਸਿੱਖਣ ਦੇ ਕਾਰਕਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਬਹੁਤ ਪ੍ਰਭਾਵਿਤ ਕਰਦੇ ਨੇ ਉਹਨਾਂ ਨੂੰ ਅੱਜ ਆਪਾਂ ਡਿਸਕਸ ਕੀਤਾ। ਤੇ ਅੱਗੇ ਕੱਲ ਨੂੰ ਆਪਾਂ ਡਿਸਕਸ ਕਰਾਂਗੇ ਭਾਸ਼ਾ ਦੇ ਜੋ ਕੁਝ ਪੁਆਇੰਟਸ ਹੋ ਰਹੇ ਹੈਗੇ ਉਹਨਾਂ ਨੂੰ ਕਲੀਅਰ ਕਰਾਂਗੇ। ਅੱਜ ਲਈ ਬਸ ਇੰਨਾ ਹੀ। ਤਾਂ ਰਿਵਾਈਜ਼ ਕਰਦੇ ਹਾਂ ਕਿ ਅੱਜ ਆਪਾਂ ਕੀ ਕੀਤਾ। ਤਾਂ ਓਵਰਆਲ ਡਿਸਕਸ ਕਰਦੇ ਹਾਂ ਅੱਜ ਦੇ ਜੋ ਵੀ ਆਪਾਂ ਪੁਆਇੰਟ ਕਲੀਅਰ ਕੀਤੇ। ਆਪਾਂ ਸਟਾਰਟਿੰਗ ਕੀਤੀ ਸੀ ਭਾਸ਼ਾ ਦੀ ਵਿਸ਼ੇਸ਼ਤਾਵਾਂ ਤੋਂ, ਮਤਲਬ ਭਾਸ਼ਾ ਹੁੰਦੀ ਹੈ ਜੋ ਭਾਸ਼ਾ ਟੌਪਿਕ ਜੋ ਸੀ ਆਪਣਾ, ਉਹਦੇ ਵਿੱਚ ਆਪਾਂ ਸਟਾਰਟਿੰਗ ਕੀਤੀ ਸੀ ਸਿੱਖਣ ਦੀਆਂ ਵਿਸ਼ੇਸ਼ਤਾਵਾਂ ਤੋਂ, ਮਤਲਬ ਸਿੱਖਣ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਹੁੰਦੀਆਂ ਨੇ। ਤਾਂ ਕੁਝ ਪੁਆਇੰਟਸ ਆਪਾਂ ਕੀਤੇ ਸੀ ਕਿ ਸਿੱਖਣ ਨਾਲ ਵਿਵਹਾਰ ਵਿੱਚ ਤਬਦੀਲੀ ਆਉਂਦੀ ਹੈ, ਉਹ ਕਲੀਅਰ ਹੈ। ਵਿਆਖਿਆ ਜੋ ਹੁੰਦਾ ਹੈ ਸਿੱਖਣ ਨਾਲ ਜੋ ਖੇਤਰ ਹੈ ਉਹ ਵਿਆਪਕ ਖੇਤਰ ਦਾ ਹੁੰਦਾ ਹੈ, ਮਤਲਬ ਵਾਈਡ ਏਰੀਆ ਹੁੰਦਾ ਹੈ ਇਸਦਾ। ਤੇ ਜੋ ਸਿੱਖਣਾ ਹੈ ਉਹ ਲਗਾਤਾਰ ਉਮਰ ਭਰ ਚੱਲਦਾ ਰਹਿੰਦਾ ਹੈ। ਏਦਾਂ ਨਹੀਂ ਹੈ ਕਿ ਇੱਕ ਉਮਰ ਤੋਂ ਬਾਅਦ ਆਪਾਂ ਸਿੱਖਣਾ ਬੰਦ ਕਰ ਦੇਵਾਂਗੇ, ਐਵੇਂ ਦੀ ਕੋਈ ਗੱਲ ਨਹੀਂ ਹੁੰਦੀ। ਇਹ ਕੰਟੀਨਿਊ ਪ੍ਰੋਸੈਸ ਆਪਾਂ ਕਹਿ ਸਕਦੇ ਹਾਂ ਇਹ ਹੁੰਦਾ ਹੈ। ਨਿਰੀਖਣਯੋਗ ਹੁੰਦਾ ਹੈ, ਮਾਪਣਯੋਗ ਹੁੰਦਾ ਹੈ। ਕਲੀਅਰ? ਇੱਕ ਸੋਚੀ ਸਮਝੀ ਪ੍ਰਕਿਰਿਆ ਹੁੰਦੀ ਹੈ, ਮਤਲਬ ਕਹਿੰਦੇ ਇੱਕ ਉਦੇਸ਼ ਦੇ ਨਾਲ ਆਪਾਂ ਸਿੱਖਦੇ ਹਾਂ, ਇੱਕ ਪੂਰਾ ਪ੍ਰੋਸੈਸ ਹੁੰਦਾ ਹੈ, ਇੱਕ ਪੂਰੇ ਪਰਪਸ ਦੇ ਨਾਲ ਆਪਾਂ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਤੇ ਮਨੁੱਖੀ ਪ੍ਰਵਿਰਤੀ ਵਿੱਚ ਵੀ ਸਿੱਖਣਾ ਸ਼ਾਮਿਲ ਹੁੰਦਾ ਹੈ। ਮਨੁੱਖੀ ਪ੍ਰਵਿਰਤੀ ਹੀ ਕੁਝ ਐਵੇਂ ਦੀ ਹੁੰਦੀ ਹੈ ਕਿ ਉਹ ਲਾਈਫ ਟਾਈਮ ਦਾ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਮਾਨਸਿਕ ਹੁੰਦਾ ਹੈ, ਗਿਆਨਾਤਮਕ ਹੁੰਦਾ, ਮਤਲਬ ਜੋ ਆਪਣਾ ਮਾਨਸਿਕ, ਗਿਆਨਾਤਮਕ, ਜੋ ਆਪਣਾ ਭਾਵਨਾਤਮਕ ਕਹਿ ਸਕਦੇ ਹਾਂ, ਇਹਨਾਂ ਚੀਜ਼ਾਂ ਦਾ ਵਿਕਾਸ ਹੁੰਦਾ। ਮਤਲਬ ਓਵਰਆਲ ਜੋ ਡਿਵੈਲਪਮੈਂਟ ਹੈ ਇਮੋਸ਼ਨਲ, ਫਿਜ਼ੀਕਲ, ਮੈਂਟਲੀ, ਕਲੀਅਰ? ਤਾਂ ਇਹ ਸਾਰੀ ਜੋ ਡਿਵੈਲਪਮੈਂਟ ਹੈ ਉਹ ਸਿੱਖਣ ਨਾਲ ਹੁੰਦੀ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਹੋਰ ਆਪਾਂ ਕੀਤਾ ਸੀ ਕਿ ਮਾਨਸਿਕ ਯੋਗਤਾਵਾਂ ਦੀ ਪ੍ਰਕਿਰਿਆ ਹੈ, ਅਨੁਭਵਾਂ ਦਾ ਸਮੂਹ ਹੈ। ਜਿੰਨਾ ਸਿੱਖਾਂਗੇ ਉਨਾ ਹੀ ਆਪਾਂ ਨੂੰ ਅਨੁਭਵ ਵੀ ਮਿਲਦਾ ਰਹੇਗਾ। ਬੁੱਧੀਪੂਰਨ ਪ੍ਰਕਿਰਿਆ ਹੁੰਦੀ ਹੈ, ਸਿੱਖਣ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ ਜੋ ਕਿ ਆਪਾਂ ਡਿਸਕਸ ਕਰ ਚੁੱਕੇ ਹਾਂ। ਵਿਅਕਤੀਗਤ ਹੁੰਦਾ, ਸਮੂਹਿਕ ਹੁੰਦਾ, ਮਤਲਬ ਇੰਡੀਵਿਜੂਅਲ ਤੇ ਗਰੁੱਪਿਜ਼ਮ ਦੋਨਾਂ ਦੇ ਵਿੱਚ ਇਹ ਸਿੱਖਿਆ ਜਾ ਸਕਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਸਮਾਜਿਕ ਤਾਲਮੇਲ ਬਣਾਉਣਾ ਆ ਜਾਂਦਾ ਹੈ। ਸਿੱਖਣ ਨਾਲ ਇੰਨਾ ਕੁ ਡਿਵੈਲਪਮੈਂਟ ਪਰਸਨ ਦਾ ਹੋ ਜਾਂਦਾ ਹੈ ਕਿ ਸਮਾਜ ਦੇ ਵਿੱਚ ਰਹਿਣਾ ਉਹ ਸਿੱਖ ਲੈਂਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਭਾਸ਼ਾ ਸਿਖਾਉਣ ਦੇ ਸੂਤਰ, ਮਤਲਬ ਭਾਸ਼ਾ ਦੇ ਕਿਹੜੇ ਸੂਤਰ ਆਪਾਂ ਪੜ੍ਹੇ ਸੀ।
ज्ञात तो अज्ञात वाल जाना, मतलब ਜਿਹੜੀ ਚੀਜ਼ ਦੀ ਨੌਲੇਜ ਹੈ ਉਹਨੂੰ ਬੇਸ ਬਣਾ ਕੇ ਅੱਗੇ बढ़ना, मतलब जिस चीज बारे सानू नॉलेज नहीं है। सरल तो कठिन वाल, पहला ईजी चीज़ों ਨੂੰ फॉलो करना, आफ्टर दैट जो डिफिकल्ट ਹੁੰਦੀਆਂ ਨੇ ਉਹਨਾਂ ਵੱਲ ਵਧਣਾ। विशेष तो साधारण, पहला जो विशेष ਹੁੰਦੀਆਂ ਨੇ ਉਹਨਾਂ ਨੂੰ स्टडी करना, हौली हौली साधारण वाल जाना। स्पैसीफिक टू जर्नल अगर आप इंग्लिश ਦੇ ਵਿੱਚ देखिए। ਮੂਰਤ तो अमूरत, मतलब पहला पिक्चर्स ਨਾਲ स्टडी करवाई ਜਾਂਦੀ ਹੈ स्टूडेंट्स ਨੂੰ, ਬੱਚਿਆਂ ਨੂੰ, फिर हौली हौली ਉਹ ਇੰਨੇ ग्रो हो जाते हैं, डिवेलप ਇੰਨਾ हो ਜਾਂਦਾ ਉਹਨਾਂ ਦਾ डिवेलपमेंट कि ਉਹ बिना पिक्चर्स तो भी अगे स्टडी कर सकते हैं। क्लीयर। पूरन तो अंशवाल, मतलब पहला पूरन ओवरऑल सिखाया जाता है, फिर हौली हौली उसके कल्ले कल्ले पार्ट बारे स्टडी किया जाता है। जिवें पहला वाक लिखना आप एग्जाम्पल की सी, राइट, फिर उसके कल्ले कल्ले पार्ट बारे कि करता की हुंदा है, कर्म की हुंदा है, ये सब कुछ। आगमन तो निगमन वाल जाता है, मतलब पहला उदाहरणा बच्चे नूं समझाईयां जांदियां ने, उदाहरणा नूं कलैक्ट किया जाता, उदाहरणा नाल उन्हां नूं उदाहरणा दी मदद नाल दस्सिया जांदा कि आपां किस चीज़ बारे गल कर रहे हैं। फिर जनरली जो उदाहरणों तो बाद उन्होंने दस्सिया जाता है कि एक परिभाषा दसी जाती है उदाहरणों की वरतों करके, जो उदाहरण कलैक्ट की गई ने, जिवें कि आपां नाव की उदाहरण एक्सप्लेन किया सी, तो यह होएगा आगमन तो निगमन वाल। नैक्सट अगर आप गल करिए विश्लेषण तो संश्लेषण, मतलब विश्लेषण मतलब छोटी छोटी इकाई तो छोटे छोटे पार्ट्स के विच डिवाइड करके स्टडी करना, आफ्टर ऑल ओवरऑल एक स्टडी करना। अनुभव तो तर्क वाल, मतलब आप इंग्लिश के विच अगर आप गल करिए तो एक्सपीरियंस टू लॉजिक कह सकते हैं कि पहला कवितावां तो जिवें छोटे बच्चे कवितावां जां स्टोरीज जां पोइम्स करते हैं, आफ्टर दैट एक आंगी कहानी जिन्हां नाल उन्हां दे जो विचार है उन्हां दे विच चेंजेस ने आण लगदे ने। क्लियर। सिੱਖਾਂ ਨੂੰ ਕਿਹੜੇ-ਕਿਹੜੇ तत्व प्रभावित करते हैं, ਤਾਂ सिੱਖਾਂ ਨੂੰ प्रभावित करने वाले तत्व ਹੁੰਦੇ ਨੇ प्रेरणा, बच्चे की प्रेरणा, मतलब वो किन्ना क प्रेरक है उस चीज़ ਨੂੰ लेके, जो चीज़ उन्हें सिखाई जा रही है, ਉਹਦੀ रुचि है या नहीं, उस दे विच ਉਹਦਾ इंटरस्ट है या नहीं, उत्साह किन्ना क ਉਹ किन्ना खुश होकर काम कर रहा है, सीख रहा है। अर्थपूर्ण उद्देश्य, जो उसको उद्देश्य नहीं होएगा तो वो उस वे नाल, मतलब हर एक चीज़ अगर अपने को परपज होवे कि हाँ ये उद्देश्य है, मैं ये चीज़ करनी है, तो ज़्यादा इफेक्टिव जो टीचिंग जो लर्निंग हो सकती है। सीखन सामग्री भी इफेक्ट करती है। परिवर्तनशील कारक होंगे ने, क्लीयर, जिन्होंने चेंजेस आते रहते हैं। मानसिक संतुलन है जो, मतलब मैंटली प्रेजेंट होना चाहिए बच्चा उस टाइम पर जो लर्निंग हो रही हो। सरीरिक सेहत ते बुद्धि आप कह दें भी मैंटली और फिजिकली दोनों साइड तो बच्चा तंदुरुस्त होना चाहिए, नहीं तो सिखा ऑब्वियस है कि लर्निंग दे विच इफेक्ट पएगा ही पएगा। उम्र है, उम्र के हिसाब नाल ही सीखा जाता है। नैक्सट अगर आप गल करिए परिपक्वता, मतलब मैचुरेशन, जो बहुत इफेक्ट करती है। उचित वातावरण मतलब माहौल बिल्कुल शांत ईजी होना चाहिए, जिहदे विच वधिया तरीके नाल जो लर्निंग है वो की जा सके। तो ये कुछ पॉइंट सीगे, कुछ टॉपिक सीगे, टॉपिक मतलब भाषा टॉपिक के कुछ पॉइंट अज आप डिस्कस किए सी, कल इसनूं ही कंटिन्यू करांगे। तो नैक्सट लैक्चर के विच आपां भाषा के बारे थोड़ा होर डिटेल दे विच पढ़ांगे, होर पॉइंट्स नूं डिस्कस करांगे। अज लई बस इन्ना ही, चलो मिलते हैं नैक्सट क्लास दे विच। ते जेकर तुहानूं साडी वीडियोस पसंद आईयां तो चैनल नूं सबसक्राइब जरूर करना। अगर तुसीं भी प्रिपरेशन कर रहे हो PSET लई, PSET का फुल कोर्स प्रोवाइड करवाया जा रहा है इत्थे, सो प्लीज़ लाइक, शेयर and subscribe for your preparation. Thank you.